ਕਿੰਨੇ ਟਾਈਮ ਤੋਂ ਇਸ ਫੀਲਡ 'ਚ? ਮੈਨੂੰ ਹੋ ਗਿਆ 10 ਸਾਲ ਹੋ ਗਿਆ। ਹਾਂ, ਪਰ ਹਾਂ ਓਬਵੀਅਸਲੀ ਹੁਣ ਤਾਂ ਥੋੜ੍ਹਾ ਟਾਈਮ ਚੇਂਜ ਹੋ ਗਿਆ, ਪਰ ਜਦੋਂ ਮੈਂ ਸ਼ੁਰੂ 'ਚ ਜਦੋਂ ਮੈਂ ਆਈ ਸੀ ਤਾਂ ਕੋਈ ਯਕੀਨ ਹੀ ਨਹੀਂ ਕਰਦਾ ਸੀ ਕਿ ਆਈ ਐਮ ਅ ਟੈਟੂ ਆਰਟਿਸਟ। ਉਦੋਂ ਇਹ ਸੋਚਦੇ ਸੀ ਕਿ ਇਹ ਸ਼ਾਇਦ ਰਿਸੈਪਸ਼ਨਿਸਟ ਹੈ ਜਾਂ ਇੱਦਾਂ ਆ। ਜਦੋਂ ਦੱਸਦੇ ਤਾਂ ਹੈਰਾਨ ਹੁੰਦੇ ਸੀ, ਅੱਛਾ ਇਹ ਵੀ ਕਰ ਲਏਗੀ, ਅੱਛਾ ਇਹ ਟੈਟੂ ਬਣਾ ਲਏਗੀ। ਯੈਸ, ਮੈਂ ਸਾਰੇ ਵੱਡਾ ਹੋਵੇ ਛੋਟਾ ਹੋਵੇ, ਕਲਰਫੁਲ ਹੋਵੇ, ਬਲੈਕ ਐਂਡ ਗ੍ਰੇ, ਈਵਨ ਕਿ ਮੈਂ ਲਿਪ ਕਲਰਿੰਗ ਵੀ ਕਰਦੀ ਹਾਂ, ਮਾਈਕਰੋ ਬਲੇਡਿੰਗ ਵੀ ਕਰਦੀ ਹਾਂ ਐਂਡ ਮੈਨੀ ਮੋਰ। ਜਾਂ ਤਾਂ ਮੈਂ ਕੁਛ ਲਾਇਰ ਵਾਲੀ ਫੀਲਡ 'ਚ ਜਾਣਾ ਸੀ ਜਾਂ ਤਾਂ ਮੈਂ ਡਰਾਇੰਗ ਵਾਲੀ 'ਚ ਜਾਣਾ ਸੀਗਾ। ਅਤੇ ਫਿਰ ਮੈਂ ਟੈਟੂ ਦਾ ਦੱਸਿਆ ਤਾਂ ਉਹ ਦੇਵਰ ਠੀਕ ਹੈ, ਕੀ ਹੈਗਾ ਕੀ ਨਹੀਂ ਹੈਗਾ ਦੱਸਿਆ, ਐਕਸਪਲੇਨ ਕੀਤਾ। ਕੋਈ ਇੱਦਾਂ ਨਹੀਂ ਸੀਗਾ ਕਿ ਕਿਉਂ ਇਹ ਉਹ ਇੱਦਾਂ ਕੁਛ ਨਹੀਂ ਸੀਗਾ ਨਾ, ਕਿ ਇਹ ਫੀਲਡ ਕੁੜੀਆਂ ਦੀ ਨਹੀਂ ਆ ਮੁੰਡਿਆਂ ਦੀ ਆ, ਇਹ ਹੈ ਉਹ, ਇੱਦਾਂ ਬਿਲਕੁਲ ਨਹੀਂ ਸੀਗਾ। ਮੈਮ ਫਿਰ ਮੁੰਡਿਆਂ ਦੇ ਵੀ ਤੁਸੀਂ ਟੈਟੂ ਬਣਾ ਲੈਂਦੇ ਹੋ, ਹਿਚਕਿਚਾਹਟ ਆਉਂਦੀ ਕੁਝ? ਨਹੀਂ ਬਿਲਕੁਲ ਨਹੀਂ। ਦੇਖੋ ਮੇਰੇ ਲਈ ਉਹ ਬੋਡੀ ਨਹੀਂ ਹੈ, ਮੇਰੇ ਲਈ ਉਹ ਕੈਨਵਸ ਹੈ ਨਾ। ਹੁਣ ਕੈਮਸ ਵੀ ਟੈਟੂ ਕਰਦੇ ਆ ਕੁੜੀਆਂ ਦੇ, ਹੈ ਨਾ, ਪ੍ਰਾਈਵੇਟ ਪਾਰਟਸ 'ਤੇ ਕਰਦੇ ਆ। ਉਹ ਸਾਡੇ ਲਈ ਇੱਦਾਂ ਨਹੀਂ ਹੈਗਾ ਕਿ ਕੁੜੀ ਆਈ ਹੈ ਜੀ, ਮੁੰਡਾ ਆਇਆ ਜੀ, ਲੋਕੀ ਕਰਦੇ ਆ ਕੌਮੈਂਟਸ ਬੜੇ ਗੰਦੇ ਕਰਦੇ ਆ ਕਿ ਇਹ ਮੁੰਡਿਆਂ ਦੇ ਕਰਦੀ ਰਹਿੰਦੀ ਹੈ, ਇਹ ਕੁੜੀਆਂ ਦੇ ਕਰਦਾ ਰਹਿੰਦਾ। ਇੱਦਾਂ ਤਾਂ ਕੁਛ ਨਹੀਂ ਹੈਗਾ। ਹਰ ਟੈਟੂ ਆਰਟਿਸਟ ਲਈ ਸਾਡੇ ਲਈ ਇਹ ਕੈਨਵਸ ਆ। ਉਹਨਾਂ ਵੱਲੋਂ ਕਦੇ ਸਪੈਸ਼ਲੀ ਜਿਹੜਾ ਆਪਾਂ ਮੈਂ ਕਹਾਂਗੀ ਮੇਲ ਦੀ ਗੱਲ ਕਰਦੀ ਹਾਂ, ਕਦੇ ਕੁਝ ਗਲਤ ਇੱਦਾਂ ਤਾਂ ਨਹੀਂ ਤੁਹਾਨੂੰ ਵੇਖ ਕੇ, ਜਾਂ ਤੁਸੀਂ ਅਗਰ ਉਹਨਾਂ ਦੇ ਟੈਟੂ ਕਰਦੇ? ਜਿੱਥੇ ਆਪਾਂ ਵਰਕ ਸਟੇਸ਼ਨ 'ਚ ਕੰਮ ਕਰ ਰਹੇ ਉੱਥੇ ਕਿੰਨੇ ਸਾਰੇ ਖੜੇ ਹੋਏ ਆ ਮੁੰਡੇ ਨਾ, ਅਤੇ ਉਹਨਾਂ ਤੋਂ ਇੱਕ ਸਰਦਾਰ ਮੁੰਡਾ ਸੀ ਅਤੇ ਉਹ ਕਰਕੇ ਆਇਆ ਸੀ ਕੋਈ ਨਸ਼ਾ। ਡਰਿੰਕ ਦੀ ਸਮੈਲ ਵੀ ਨਹੀਂ ਆ ਰਹੀ ਸੀ ਜਾਂ ਕੁਛ ਹੋਰ ਵੀ, ਜਾਂ ਸਿਗਰਟ ਦੀ ਵੀ ਨਹੀਂ ਸਮੈਲ ਆ ਰਹੀ ਸੀ, ਪਰ ਕੋਈ ਨਸ਼ਾ ਹੀ ਕਰਕੇ ਆਇਆ ਸੀ। ਅੱਖਾਂ ਚੜੀਆਂ ਹੋਈਆਂ ਸੀ, ਇੱਦਾਂ ਖੜਾ ਮੈਨੂੰ ਇੱਦਾਂ ਕਰ ਰਿਹਾ, ਮਤਲਬ ਮੇਰੇ ਵੱਲ ਨਹੀਂ ਦੇਖ ਰਿਹਾ, ਇੱਦਾਂ ਕਰ ਰਿਹਾ। ਮੈਂ ਕਿਹਾ ਵਾਟ ਇਜ਼ ਦਿਸ, ਹੈ ਨਾ, ਆਈ ਐਮ ਦੀ ਓਨਰ ਆਫ ਦਿਸ ਸਟੂਡੀਓ ਐਂਡ ਯੂ ਆਰ ਟਾਕਿੰਗ ਟੂ ਮੀ ਲਾਈਕ ਦਿਸ, ਹੈ ਨਾ, ਤੂੰ ਮੈਨੂੰ ਉਂਗਲੀ ਦਿਖਾ ਰਿਹਾ ਫੋਰ ਵਾਟ, ਕਿ ਤੈਨੂੰ ਮੈਂ ਕੀ ਕਿਹਾ, ਮੈਂ ਤੈਨੂੰ ਪਿਆਰ ਨਾਲ ਹੀ ਗੱਲ ਕੀਤੀ। ਕਿ ਫਿਰ ਆਇਆ ਮੇਰੇ ਪੈਰੀ ਹੱਥ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਮੈਂ ਕਿਹਾ ਚੱਲ ਜਾ ਇੱਥੋਂ ਦੀ ਬਾਹਰ ਚੱਲ ਜਾ। ਮੈਂ ਕਿਹਾ ਤੂੰ ਸਰਦਾਰ ਹੋ ਕੇ ਲੱਗਾ ਹੋਇਆ ਨਸ਼ੇ ਕਰਨ ਅਤੇ ਤੂੰ ਸਟੂਡੀਓ ਆਇਆ ਮੇਰੇ। ਤੁਹਾਡੀ ਫੈਮਿਲੀ ਤੁਹਾਡੇ ਨਾਲ ਹੈ ਨਾ, ਤੁਸੀਂ ਕੁਛ ਵੀ ਕਰ ਸਕਦੇ ਆ। ਤੁਹਾਡੇ ਰਿਸ਼ਤੇਦਾਰ ਬੋਲਣ, ਦੋਸਤ ਬੋਲਣ, ਕੋਈ ਕੁਛ ਵੀ ਬੋਲੇ, ਤੁਹਾਡੇ ਆਪਣੇ ਨਾਲ ਹੈ ਨਾ, ਯੂ ਕੈਨ ਡੂ ਐਨੀਥਿੰਗ, ਕੁਛ ਵੀ ਕਰੋ। ਹਾਂ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੇਰੇ ਇੰਨੇ ਫੋਲੋਵਰਸ ਹੋ ਗਏ ਆ। ਕਦੀ ਸੋਚਿਆ ਨਹੀਂ ਸੀ ਕਿ ਮੇਰੇ ਇੱਥੇ ਤੱਕ ਹੋ ਗਏ, ਪਰ ਹਾਂ ਜਦੋਂ ਮੈਂ ਛੋਟੀ ਸੀ ਤਾਂ ਮੈਨੂੰ ਹੁੰਦਾ ਸੀ ਕਿ ਮੈਂ ਮੋਡਲਿੰਗ ਕਰਨੀ, ਇੱਦਾਂ ਹੁੰਦਾ ਹੀ ਆ। ਕੁਛ ਵੀ ਨਵਾਂ ਪ੍ਰੋਫੈਸ਼ਨ ਕੁਛ ਦੇਖ ਲੈਣਾ ਤਾਂ ਮੇਰਾ ਆਹ ਪ੍ਰੋਫੈਸ਼ਨ ਆ, ਮੇਰਾ ਉਹ ਪ੍ਰੋਫੈਸ਼ਨ ਆ। ਮੈਂ ਸ਼ਹਿਨਾਜ਼ ਦੇ ਬਣਾਇਆ, ਪਾਰਸ ਛਾਬੜਾ, ਅਫਸਾਨਾ, ਨਿੰਜਾ, ਔਰ ਇੱਕ ਕ੍ਰਿਕਟਰ ਹੈਗੇ ਆ ਮਨਦੀਪ ਸਿੰਘ ਕਰਕੇ, ਹੈ ਨਾ, ਉਹਨਾਂ ਦੇ ਕੀਤਾ। ਹਾਲੇ ਹੋਰ ਵੀ ਆ, ਮੇਰੇ ਹਾਲੇ ਮਾਈਂਡ 'ਚ ਨਹੀਂ ਆ ਰਹੇ, ਕਾਫੀ ਸੈਲੀਬ੍ਰਿਟੀਜ਼ ਦੇ ਕੀਤਾ। ਕਿ ਅਗਰ ਮੁੰਡੇ 100% ਦੇ ਰਹੇ ਆਪਣੇ ਕੰਮ 'ਚ, ਤੁਹਾਨੂੰ 200 ਦੇਣਾ ਪੈਂਦਾ, ਤਾਂ ਕਿ ਜਿਹੜੇ ਤੁਹਾਡੇ ਨਾਲ ਦੇ ਵੀ ਉਹ ਵੀ ਇਹ ਨਾ ਕਹਿਣ ਕਿ ਚੱਲ ਕੁੜੀਆਂ ਨੂੰ ਰਹਿਣ ਦਿੰਦੇ ਆ, ਮੈਂ ਹੀ ਜਾ ਆਉਂਦਾ ਆ, ਸੌਫਟ ਨਾ ਲੈਣ, ਹੈ ਨਾ। ਪਰਮਾਨੈਂਟ ਕੰਮ ਹੈ ਤਾਂ ਤੁਹਾਨੂੰ ਵੀ ਸੋਚ ਸਮਝ ਕੇ ਹੀ ਕਰਵਾਉਣਾ ਚਾਹੀਦਾ ਆ। ਇਹ ਨਹੀਂ ਮੈਂ ਕਹਿੰਦੀ ਕਿ ਤੁਸੀਂ ਸੋਚ ਲਿਆ ਤਾਂ ਆ ਜਾਓ, ਡਿਸਕਸ ਕਰੋ, ਉਹਦੇ ਬਾਰੇ ਸੋਚੋ, ਕਿਉਂਕਿ ਇਹ ਇੱਕ ਵਾਰੀ ਬਣ ਗਿਆ ਤਾਂ ਮਿਟਣਾ ਬਹੁਤ ਔਖਾ ਆ। ਸਤਿ ਸ਼੍ਰੀ ਅਕਾਲ ਜੀ, ਬੋਲੀ ਹੋਲੀ ਬਾਬਾ ਨਾਲ ਜੁੜੇ ਹੋ, ਮੈਂ ਤੁਹਾਡੇ ਨਾਲ ਖੁਸ਼ਬੂ ਸ਼ਰਮਾ। ਅੱਜ ਤੁਹਾਨੂੰ ਮਿਲਾਉਣ ਜਾ ਰਹੀ ਹਾਂ ਦਿਵਿਨਿਆ ਇੰਕ ਜ਼ੋਨ ਨਾਲ। ਕੈਮਜ਼ ਇੰਕ ਜ਼ੋਨ ਤਾਂ ਸੁਣਿਆ ਹੋਏਗਾ, ਤਾਂ ਦਿਵਿਨਿਆ ਇੰਕ ਜ਼ੋਨ ਜੀ ਜਿਹੜੇ ਨੇ ਉਹ ਸੰਭਾਲ ਰਹੇ ਨੇ ਇਸ ਇੰਕ ਜ਼ੋਨ ਨੂੰ। ਸਟੂਡੀਓ ਨੂੰ ਉਹ ਸਾਰੇ ਮੈਨੇਜ ਕਰ ਰਹੇ ਨੇ, ਕਿਉਂਕਿ ਕੈਮਜ਼ ਜੀ ਤੁਹਾਨੂੰ ਵੀ ਪਤਾ ਨੇ ਬਾਹਰ ਨੇ ਹਜੇ। ਇੱਕ ਕੁੜੀ ਜਿਹੜੀ ਹੈ ਉਹ ਟੈਟੂ ਸਟੂਡੀਓ ਨੂੰ ਸੰਭਾਲ ਰਹੀ ਹੈ, ਬਹੁਤ ਵੱਡੀ ਗੱਲ ਹੈ। ਸੁਸਾਇਟੀ ਦੇ ਨਾਲ ਵੀ ਡੀਲ ਕਰਨਾ, ਘਰਦਿਆਂ ਨਾਲ ਵੀ ਡੀਲ ਕਰਨਾ, ਅਤੇ ਕਿਸ ਤਰ੍ਹਾਂ ਉਹ ਵਿਚਰ ਰਹੇ ਨੇ, ਇਹ ਜਵਾਬ ਲੈਣ ਲਈ ਇੱਥੇ ਪਹੁੰਚੇ ਹਾਂ ਕਿ ਮੈਮ ਸੁਸਾਇਟੀ ਤੁਹਾਨੂੰ ਕਿਸ ਨਜ਼ਰੀਏ ਨਾਲ ਵੇਖਦੀ ਹੈ। ਆਪਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਹੈਲੋ ਐਵਰੀਵਨ, ਆਈ ਐਮ ਦਿਵਿਨਿਆ ਇੰਕ ਜ਼ੋਨ। ਹਾਂਜੀ, ਸਿਹਤਾਂ ਕਿਵੇਂ ਨੇ? ਬਹੁਤ ਵਧੀਆ। ਪੰਜਾਬੀ ਬੋਲ ਲੈਂਦੇ ਹੋ ਨਾ ਤੁਸੀਂ? ਮੈਂ ਪੰਜਾਬੀ ਬੋਲਦੀ ਹਾਂ। ਹਾਂਜੀ, ਘਰ ਪਰਿਵਾਰ ਸਭ ਵਧੀਆ, ਸਭ ਵਧੀਆ। ਹਾਂਜੀ, ਕਿਵੇਂ ਚੱਲ ਰਿਹਾ? ਕੋਈ ਦਿੱਕਤ ਤਾਂ ਨਹੀਂ ਆ ਰਹੀ? ਨਹੀਂ ਬਿਲਕੁਲ ਨਹੀਂ, ਐਵਰੀਥਿੰਗ ਇਜ਼ ਫਾਈਨ। ਕੌਨਫੀਡੈਂਸ ਇੰਨਾ ਹੈਗਾ? ਯੈਸ ਯੈਸ ਯੈਸ। ਫਿਰ ਵੀ ਨਾ ਕੁੜੀਆਂ ਨੂੰ ਦੇਖਿਆ ਜਾਂਦਾ, ਮਤਲਬ ਤੁਹਾਨੂੰ ਵੀ ਬਹੁਤ ਕੁਛ ਦੇਖਣ ਨੂੰ ਮਿਲਿਆ ਹੋਏਗਾ ਸਟਾਰਟਿੰਗ 'ਚ, ਕਹਿ ਲਓ। ਕਿੰਨੇ ਟਾਈਮ ਤੋਂ ਇਸ ਫੀਲਡ 'ਚ? ਮੈਨੂੰ ਹੋ ਗਿਆ 10 ਸਾਲ ਹੋ ਗਿਆ। ਹਾਂ, ਪਰ ਹਾਂ ਓਬਵੀਅਸਲੀ ਹੁਣ ਤਾਂ ਥੋੜ੍ਹਾ ਟਾਈਮ ਚੇਂਜ ਹੋ ਗਿਆ, ਪਰ ਜਦੋਂ ਮੈਂ ਸ਼ੁਰੂ 'ਚ ਜਦੋਂ ਮੈਂ ਆਈ ਸੀ ਤਾਂ ਕੋਈ ਯਕੀਨ ਹੀ ਨਹੀਂ ਕਰਦਾ ਸੀ ਕਿ ਆਈ ਐਮ ਅ ਟੈਟੂ ਆਰਟਿਸਟ, ਹੈ ਨਾ। ਕਿਉਂਕਿ ਓਬਵੀਅਸਲੀ ਸਾਰਿਆਂ ਨੇ ਮੁੰਡਿਆਂ ਨੂੰ ਹੀ ਦੇਖਿਆ ਹੈ ਕੰਮ ਕਰਦਿਆਂ ਨੂੰ, ਐਂਡ ਆਲ ਸਪੈਸ਼ਲੀ ਪੰਜਾਬ ਵਿੱਚ। ਪੰਜਾਬ ਤੋਂ ਬਾਹਰ ਨਿਕਲੀਏ ਤਾਂ ਹੈਗੀਆਂ ਆ ਕੁੜੀਆਂ ਬਹੁਤ ਸਾਰੀ ਚੀਜ਼ਾਂ ਕਰਦੀਆਂ, ਹੈ ਨਾ। 10 ਸਾਲ ਪਹਿਲਾਂ ਤਾਂ ਆਲਰੇਡੀ ਵੈਸੇ ਹੀ ਥੋੜ੍ਹੀ ਥਿੰਕਿੰਗ ਵੀ ਥੱਲੇ ਸੀਗੀ ਸਾਰਿਆਂ ਦੀ, ਹੈ ਨਾ। ਅਤੇ ਹੁਣ ਉਦੋਂ ਇਹ ਸੋਚਦੇ ਸੀ ਕਿ ਇਹ ਸ਼ਾਇਦ ਰਿਸੈਪਸ਼ਨਿਸਟ ਹੈ
ਜਾਂ ਇੱਦਾਂ ਆ, ਜਦੋਂ ਦੱਸਦੇ ਤਾਂ ਹੈਰਾਨ ਹੁੰਦੇ ਸੀ, ਅੱਛਾ ਇਹ ਵੀ ਕਰ ਲੇਗੀ, ਅੱਛਾ ਇਹ ਟੈਟੂ ਬਣਾ ਲੇਗੀ, ਵੱਡੇ ਬਣਾ ਲੇਗੀ ਜਾਂ ਛੋਟੇ ਹੀ ਬਣਾਉਂਦੀ ਆ, ਇਹ ਚੀਜ਼ ਸੀਗੀ। ਇਹ ਅੱਛਾ, ਫਿਰ ਕੀ ਜਵਾਬ ਹੈ? ਹਰ ਤਰ੍ਹਾਂ ਦਾ ਟੈਟੂ ਬਣਾ ਲੈਂਦੇ ਹੋ? ਯੈਸ, ਮੈਂ ਸਾਰੇ, ਵੱਡਾ ਹੋਵੇ ਛੋਟਾ ਹੋਵੇ, ਕਲਰਫੁਲ ਹੋਵੇ, ਬਲੈਕ ਐਂਡ ਗ੍ਰੇ, ਈਵਨ ਕਿ ਮੈਂ ਲਿਪ ਕਲਰਿੰਗ ਵੀ ਕਰਦੀ ਹਾਂ, ਮਾਈਕਰੋ ਬਲੇਡਿੰਗ ਵੀ ਕਰਦੀ ਹਾਂ, ਐਂਡ ਮੈਨੀ ਮੋਰ। ਯੈਸ। ਅੱਛਾ, ਟੈਟੂ ਦੇ ਵਿੱਚ ਕੁਛ ਇੱਦਾਂ ਦਾ ਜੋ ਤੁਹਾਨੂੰ ਟਫ ਲੱਗਦਾ ਕਿ ਉਦੋਂ ਆਉਂਦਾ ਕਿ ਯਾਰ ਸਰ ਹੋਣੇ ਚਾਹੀਦੇ ਸੀਗੇ ਉੱਥੇ ਤਾਂ? ਜਦੋਂ ਕਿਸੇ ਦੀ ਜਿੱਦਾਂ ਇੱਦਾਂ ਦਾ ਤਾਂ ਕੁਛ ਨਹੀਂ ਹੈਗਾ, ਬਟ ਹਾਂ ਇਹ ਹੈ ਕਿ ਕੌਨਫੀਡੈਂਸ ਚਾਹੀਦਾ ਬਸ, ਉਸ ਚੀਜ਼ ਵਿੱਚ ਆਉਂਦਾ ਆ, ਬੇਸਿਕਸ ਪਤਾ ਸਭ ਕੁਝ ਕਰਨਾ ਕੀ ਹੈ ਕੀ ਨਹੀਂ ਆ, ਜਿੱਥੇ ਹੋ ਜਾਂਦਾ ਉਹ ਤੋਂ ਥੋੜ੍ਹਾ ਜਿਹਾ ਪੁੱਛ ਲਓ ਸਰ ਨੂੰ, ਹਾਂਜੀ ਠੀਕ ਹੈ ਕਰ ਲਈਦਾ ਆ। ਯੈਸ। ਕਿੰਨੇ ਟਾਈਮ ਤੋਂ ਹੁਣ ਇਕੱਲੇ ਮੈਨੇਜ ਕਰ ਰਹੇ ਹੋ? ਇਟਸ ਬੀਨ ਆਈ ਥਿੰਕ 2 ਮੰਥਸ ਹੋ ਗਏ ਆ। ਉੱਦਾਂ ਵੈਸੇ ਵੀ ਇੱਕ ਤਰੀਕੇ ਨਾਲ ਇਕੱਲਾ ਹੀ ਹੁੰਦਾ ਹੈ, ਕਿਉਂਕਿ ਸਾਡੇ ਨਾ ਚੰਡੀਗੜ੍ਹ ਵੀ ਆਫਿਸ ਆ, ਤਾਂ ਉਹ ਕਦੀ ਇੱਥੇ ਹੁੰਦੇ ਕਦੀ ਉੱਥੇ ਹੁੰਦੇ ਆ, ਤਾਂ ਮੇਰਾ ਵੀ ਸਮਟਾਈਮਸ ਕਦੀ ਉੱਥੇ ਜਾਣਾ, ਤਾਂ ਆਪਾਂ ਇਸ ਹਿਸਾਬ ਨਾਲ ਮਿਲ ਜੁਲ ਕੇ ਮੈਨੇਜ ਕਰ ਲਈਦਾ ਆ। ਹਾਂਜੀ। ਤਾਂ ਬੇਸਿਕਲੀ ਰਹਿਣ ਵਾਲੇ ਕਿੱਥੇ ਦੇ ਹੋ? ਮੈਂ ਉੱਦਾਂ ਨਵਾਂ ਸ਼ਹਿਰ ਤੋਂ ਹਾਂ, ਪਰ ਮੈਂ ਰਹਿੰਦੀ ਜਲੰਧਰ ਦੇ ਵਿੱਚ ਹੀ ਆ, ਲਾਈਕ ਮੈਨੂੰ 10 ਸਾਲ ਹੀ ਹੋ ਗਿਆ ਜਲੰਧਰ ਦੇ ਵਿੱਚ ਹੀ ਰਹਿੰਦਿਆਂ ਨੂੰ। ਇਕੱਲੇ ਰਹਿੰਦੇ ਹੋ? ਹਾਂਜੀ ਹਾਂਜੀ, ਇਕੱਲੇ। ਤੇ ਇੱਥੇ ਮੈਂ ਕੀ ਸਮਝਾਂ ਕਿ ਫੈਮਿਲੀ ਦਾ ਜਿਹੜਾ ਮਾਈਂਡ ਹੈ, ਨੈਰੋ ਮਾਈਂਡ ਨਹੀਂ ਹੈਗੀ, ਲਾਈਕ ਹੈ ਨਾ? ਹੈਗੇ, ਬਿਲਕੁਲ ਨਹੀਂ ਹੈਗੇ। ਕਿਉਂਕਿ ਜਦੋਂ ਮੈਂ ਦੱਸਿਆ ਵੀ ਸੀ ਮੈਂ ਟੈਟੂ ਸਿੱਖਣੇ ਆ, ਤਾਂ ਉਹਨਾਂ ਨੂੰ ਪਤਾ ਹੀ ਸੀ ਕਿ ਮੇਰਾ ਥੋੜ੍ਹਾ ਡਰਾਇੰਗ ਵਿੱਚ ਇੰਟਰਸਟ ਹੈਗਾ ਆ, ਠੀਕ ਹੈ, ਜਾਂ ਤਾਂ ਮੈਂ ਕੁਛ ਲਾਇਰ ਵਾਲੀ ਫੀਲਡ 'ਚ ਜਾਣਾ ਸੀ, ਜਾਂ ਤਾਂ ਮੈਂ ਡਰਾਇੰਗ ਵਾਲੀ 'ਚ ਜਾਣਾ ਸੀਗਾ। ਅਤੇ ਫਿਰ ਮੈਂ ਟੈਟੂ ਦਾ ਦੱਸਿਆ ਤਾਂ ਉਹ ਦੇਵਰ ਠੀਕ ਹੈ, ਕੀ ਹੈਗਾ ਕੀ ਨਹੀਂ ਹੈਗਾ ਦੱਸਿਆ, ਐਕਸਪਲੇਨ ਕੀਤਾ। ਕੋਈ ਇੱਦਾਂ ਨਹੀਂ ਸੀਗਾ ਕਿ ਕਿਉਂ ਇਹ ਉਹ, ਇੱਦਾਂ ਕੁਛ ਨਹੀਂ ਸੀਗਾ ਹੈ ਨਾ, ਕਿ ਇਹ ਫੀਲਡ ਕੁੜੀਆਂ ਦੀ ਨਹੀਂ ਆ, ਮੁੰਡਿਆਂ ਦੀ ਆ, ਇਹ ਹੈ ਉਹ, ਇੱਦਾਂ ਬਿਲਕੁਲ ਨਹੀਂ ਸੀਗਾ। ਅਤੇ ਉਹ ਕਹਿੰਦੇ ਸੀ ਹਾਂ ਤੇਰਾ ਇੰਟਰਸਟ ਆ, ਤੂੰ ਯੂ ਕੈਨ ਡੂ, ਕਰੋ, ਆਪਾਂ ਤੁਹਾਡੇ ਨਾਲ ਆ। ਕੁੜੀਆਂ ਕੁਛ ਵੀ ਕਰ ਸਕਦੀਆਂ ਯਾਨੀ? ਸਭ ਕੁਝ ਕਰ ਸਕਦੀ ਆ, ਸਭ ਕੁਝ, ਤੁਹਾਡੀ ਫੈਮਿਲੀ ਤੁਹਾਡੇ ਨਾਲ ਹੈ ਨਾ, ਤੁਸੀਂ ਕੁਛ ਵੀ ਕਰ ਸਕਦੇ ਆ। ਤੁਹਾਡੇ ਰਿਸ਼ਤੇਦਾਰ ਬੋਲਣ, ਦੋਸਤ ਬੋਲਣ, ਕੋਈ ਕੁਛ ਵੀ ਬੋਲੇ, ਤੁਹਾਡੇ ਆਪਣੇ ਨਾਲ ਹੈ ਨਾ, ਯੂ ਕੈਨ ਡੂ ਐਨੀਥਿੰਗ, ਕੁਛ ਵੀ ਕਰੋ। ਅੱਛਾ ਮੈਮ, ਫਿਰ ਮੁੰਡਿਆਂ ਦੇ ਵੀ ਤੁਸੀਂ ਟੈਟੂ ਬਣਾ ਲੈਂਦੇ ਹੋ, ਹਿਚਕਿਚਾਹਟ ਆਉਂਦੀ ਕੁਝ? ਨਹੀਂ ਨਹੀਂ, ਬਿਲਕੁਲ ਨਹੀਂ। ਦੇਖੋ ਮੇਰੇ ਲਈ ਉਹ ਬੋਡੀ ਨਹੀਂ ਹੈ, ਮੇਰੇ ਲਈ ਉਹ ਕੈਨਵਸ ਹੈ ਨਾ। ਹੁਣ ਕੈਮਸ ਵੀ ਟੈਟੂ ਕਰਦੇ ਆ ਕੁੜੀਆਂ ਦੇ, ਹੈ ਨਾ, ਪ੍ਰਾਈਵੇਟ ਪਾਰਟਸ 'ਤੇ ਕਰਦੇ ਆ। ਸਾਡੇ ਲਈ ਇੱਦਾਂ ਨਹੀਂ ਹੈਗਾ ਕਿ ਕੁੜੀ ਆਈ ਹੈ ਜੀ, ਮੁੰਡਾ ਆਇਆ ਜੀ, ਲੋਕੀ ਕਰਦੇ ਆ ਕੌਮੈਂਟਸ ਬੜੇ ਗੰਦੇ ਗੰਦੇ ਕਰਦੇ ਆ ਕਿ ਇਹ ਮੁੰਡਿਆਂ ਦੇ ਕਰਦੀ ਰਹਿੰਦੀ ਹੈ, ਇਹ ਕੁੜੀਆਂ ਦੇ ਕਰਦਾ ਰਹਿੰਦਾ, ਇੱਦਾਂ ਤਾਂ ਕੁਛ ਨਹੀਂ ਹੈਗਾ। ਹਰ ਟੈਟੂ ਆਰਟਿਸਟ ਲਈ, ਸਾਡੇ ਲਈ ਇਹ ਕੈਨਵਸ ਆ, ਕਿ ਇੱਕ ਕੈਨਵਸ ਮਿਲਿਆ ਅਤੇ ਇੱਥੇ ਅਸੀਂ ਆਪਣੀ ਆਰਟ ਕੱਢਣੀ ਆ, ਆਪਾਂ ਉਹ ਕੱਢਦੇ ਹਾਂ ਬਹੁਤ ਇਮਾਨਦਾਰੀ ਨਾਲ, ਕਿ ਸਾਡਾ ਕੰਮ, ਅਸੀਂ ਕੰਮ ਕਰ ਰਹੇ ਹਾਂ। ਇੱਦਾਂ ਦਾ ਕੁਛ ਨਹੀਂ ਹੁੰਦਾ ਕਿ ਮੁੰਡਾ ਆ ਗਿਆ ਜਾਂ ਕੁੜੀ ਆ ਗਈ ਉਹਦੇ ਇੱਥੇ ਟੈਟੂ ਕਰਨਾ ਉੱਥੇ ਕਰਨਾ, ਨੋ ਨੋ। ਜਿਹੜੇ ਕਸਟਮਰਸ ਹੁੰਦੇ ਆ ਜਾਂ ਕਲਾਇੰਟਸ ਜਿਹੜੇ ਤੁਹਾਡੇ ਨੇ, ਉਹਨਾਂ ਵੱਲੋਂ ਕਦੇ, ਸਪੈਸ਼ਲੀ ਜਿਹੜਾ ਆਪਾਂ, ਮੈਂ ਕਹਾਂਗੀ ਮੇਲ ਦੀ ਗੱਲ ਕਰ ਰਹੀ ਹਾਂ, ਕਦੇ ਕੁਛ ਗਲਤ ਇੱਦਾਂ ਤਾਂ ਨਹੀਂ ਤੁਹਾਨੂੰ ਵੇਖ ਕੇ, ਜਾਂ ਤੁਸੀਂ ਅਗਰ ਉਹਨਾਂ ਦੇ ਟੈਟੂ ਕਰ? ਇਹ ਮੇਰਾ ਕੌਨਫੀਡੈਂਸ ਆ ਕਿ ਮੈਂ ਉਹਨਾਂ ਨਾਲ ਕਿਸ ਤਰੀਕੇ ਨਾਲ ਗੱਲ ਕਰਦੀ ਹਾਂ, ਠੀਕ ਹੈ। ਅੱਜ ਤੱਕ ਮੇਰੇ ਨਾਲ ਕਦੀ ਇੱਦਾਂ ਨਹੀਂ ਹੋਇਆ ਕਿ ਕੋਈ ਆ ਕੇ ਮੈਨੂੰ ਗਲਤ ਕਹਿ ਜਾਵੇ ਜਾਂ ਕੁਛ। ਦੇ ਆਲ ਕਾਲ ਮੀ ਮੈਮ। ਸਾਡੇ ਕਲਾਇੰਟ ਹੀ ਬੜੇ ਅੱਛੇ ਆ, ਕਿ ਜਿਹੜੇ ਆਉਂਦੇ ਆ, ਬਹੁਤ ਅੱਛੇ ਕਲਾਇੰਟ ਆਉਂਦੇ ਆ, ਕੋਈ ਇੱਦਾਂ ਦਾ ਨਹੀਂ ਹੈ ਕਿ ਕਿਸੇ ਨੇ ਮੇਰੇ ਨਾਲ ਆ ਕੇ ਗਲਤ ਬਿਹੇਵ ਕੀਤਾ ਹੋਵੇ। ਉਹ ਉੱਦਾਂ ਵੈਸੇ ਇੱਦਾਂ ਕਦੀ ਹੋਇਆ ਨਹੀਂ, ਪਰ ਇੱਕ ਇੰਸੀਡੈਂਟ ਹੋਇਆ ਸੀਗਾ। 3-4 ਮੁੰਡੇ ਆਏ ਸੀਗੇ ਟੈਟੂ ਕਰਵਾਉਣ ਲਈ, ਪਰ ਮੈਂ ਨਹੀਂ ਕਰ ਰਹੀ ਸੀ, ਕਰ ਤਾਂ ਮੇਰਾ ਸਟੂਡੈਂਟ ਹੀ ਰਹੇ ਸੀਗੇ। ਅਤੇ ਮੈਂ ਦੇਖਿਆ ਕਿ ਨਾ, ਜਿੱਥੇ ਆਪਾਂ ਵਰਕ ਸਟੇਸ਼ਨ 'ਚ ਕੰਮ ਕਰ ਰਹੇ ਉੱਥੇ ਕਿੰਨੇ ਸਾਰੇ ਖੜ੍ਹੇ ਹੋਏ ਆ ਮੁੰਡੇ ਨਾ, ਅਤੇ ਉਹਨਾਂ 'ਚੋਂ ਇੱਕ ਸਰਦਾਰ ਮੁੰਡਾ ਸੀ, ਅਤੇ ਉਹ ਕਰਕੇ ਆਇਆ ਸੀ ਕੋਈ ਨਸ਼ਾ। ਡਰਿੰਕ ਦੀ ਸਮੈਲ ਵੀ ਨਹੀਂ ਆ ਰਹੀ ਸੀ, ਜਾਂ ਕੁਛ ਹੋਰ ਵੀ, ਜਾਂ ਸਿਗਰਟ ਦੀ ਵੀ ਨਹੀਂ ਸਮੈਲ ਆ ਰਹੀ ਸੀ, ਪਰ ਕੋਈ ਨਸ਼ਾ ਹੀ ਕਰਕੇ ਆਇਆ ਸੀ, ਅੱਖਾਂ ਚੜ੍ਹੀਆਂ ਹੋਈਆਂ ਸੀ। ਮੈਨੂੰ ਕਿਹਾ, ਮੈਂ ਕਿਹਾ ਸਰ ਤੁਸੀਂ ਨਾ ਬਾਹਰ ਆ ਜਾਓ, ਇਹ ਵਰਕ ਸਟੇਸ਼ਨ ਹੈ, ਇੱਥੇ ਨਹੀਂ ਤੁਸੀਂ ਬੈਠ ਸਕਦੇ ਹੈਗੇ, ਕਿਉਂਕਿ ਆਲਰੇਡੀ ਛੋਟੀ ਜਗ੍ਹਾ ਆ, ਟੈਟੂ ਚੱਲ ਰਿਹਾ ਆ, ਆਰਟਿਸਟ ਵੀ ਡਿਸਟਰਬ ਹੁੰਦਾ, ਜਿਹਨੇ ਕਰਵਾ ਰਿਹਾ ਉਹਨੂੰ ਘਬਰਾਹਟ ਵੀ ਹੋ ਸਕਦੀ ਆ, ਕਿਉਂਕਿ ਸਫੋਕੇਸ਼ਨ ਹੋ ਸਕਦੀ ਹੈ ਨਾ। ਅਤੇ ਕਹਿੰਦਾ ਇੱਦਾਂ ਖੜਾ, ਮੈਨੂੰ ਇੱਦਾਂ ਕਰ ਰਿਹਾ, ਮਤਲਬ ਮੇਰੇ ਵੱਲ ਨਹੀਂ ਦੇਖ ਰਿਹਾ, ਇੱਦਾਂ ਕਰ ਰਿਹਾ। ਮੈਂ ਕਿਹਾ ਵਾਟ ਇਜ਼ ਦਿਸ, ਹੈ ਨਾ, ਆਈ ਐਮ ਦੀ ਓਨਰ ਆਫ ਦਿਸ ਸਟੂਡੀਓ ਐਂਡ ਯੂ ਆਰ ਟਾਕਿੰਗ ਟੂ ਮੀ ਲਾਈਕ ਦਿਸ, ਹੈ ਨਾ, ਤੂੰ ਮੈਨੂੰ ਉਂਗਲੀ ਦਿਖਾ ਰਿਹਾ ਫੋਰ ਵਾਟ, ਕਿ ਤੈਨੂੰ ਮੈਂ ਕੀ ਕਿਹਾ, ਮੈਂ ਤੈਨੂੰ ਪਿਆਰ ਨਾਲ ਹੀ ਗੱਲ ਕੀਤੀ ਕਿ ਬਾਹਰ ਆ ਜਾਓ ਤੁਸੀਂ, ਹੈ ਨਾ ਸਰ। ਅਤੇ ਨਹੀਂ ਆਇਆ। ਮੈਂ ਕਿਹਾ ਬਾਹਰ ਆ ਜਾਓ, ਗੁੱਸੇ 'ਚ ਬੋਲਿਆ ਮੈਂ। ਫਿਰ ਮੈਂ ਪ੍ਰੋਪਰਲੀ, ਮੈਂ ਬੋਲ ਨਹੀਂ ਸਕਦੀ ਉੱਦਾਂ, ਮੈਂ ਪ੍ਰੋਪਰਲੀ ਗੁੱਸੇ 'ਚ ਬੋਲਿਆ, ਫਿਰ ਮੈਨੂੰ ਕੱਢਿਆ ਬਾਹਰ ਸਟੂਡੀਓ ਤੋਂ। ਫਿਰ ਆਇਆ ਮੇਰੇ ਕੋਲ ਬਾਹਰ, ਮੈਂ ਕਿਹਾ ਮੈਂ ਨਾ ਹਰੈਸਮੈਂਟ ਦਾ ਕੇਸ ਲਾ ਦੇਣਾ ਤੇਰੇ ਉੱਪਰ, ਜਿੱਦਾਂ ਤੂੰ ਮੇਰੇ ਨਾਲ ਗੱਲ ਕਰਦਾ ਪਿਆ ਆ, ਠੀਕ ਹੈ। ਕਿ ਓਬਵੀਅਸਲੀ ਮੈਂ ਸਟੂਡੀਓ ਸੰਭਾਲ ਰਹੀ ਹਾਂ, ਉਹ ਦੇਖਦੇ ਨਹੀਂ ਹੈ, ਉਹੀ ਡਾਊਨ ਕਰਦੇ ਕੁੜੀਆਂ ਨੂੰ ਕਿ ਵੀ ਇਹਨਾਂ ਕਿਉਂ ਗੱਲ ਕਰਨੀ ਮੈਂ, ਹੈ ਨਾ। ਮੈਂ ਕਿਹਾ ਤੇਰੇ ਇੱਦਾਂ ਦਾ ਕੇਸ ਪਾਉਂਗੀ ਨਾ, ਤੈਨੂੰ ਪਤਾ ਚੱਲ ਜਾਏਗਾ। ਅਤੇ ਫਿਰ ਆਇਆ ਮੇਰੇ ਪੈਰੀ ਹੱਥ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਮੈਂ ਕਿਹਾ ਚੱਲ ਜਾ ਇੱਥੋਂ ਦੀ, ਬਾਹਰ ਚੱਲ ਜਾ। ਮੈਂ ਕਿਹਾ ਤੂੰ ਸਰਦਾਰ ਹੋ ਕੇ ਲੱਗਾ ਹੋਇਆ ਨਸ਼ੇ ਕਰਨ, ਅਤੇ ਤੂੰ ਸਟੂਡੀਓ ਆਇਆ ਮੇਰੇ। ਮੈਂ ਕਿਹਾ ਇੱਦਾਂ ਤਾਂ ਬਿਲਕੁਲ ਨਹੀਂ ਆਪਾਂ ਅਲਾਓ ਕਰਦੇ। ਫਿਰ ਹੋ ਗਿਆ, ਇੱਦਾਂ ਦੀ ਹੁੰਦੀਆਂ ਇਹ ਚੀਜ਼ਾਂ। ਚਲੋ, ਇਹ ਤਾਂ ਰਹੀ ਤੁਹਾਡੀ ਆਪਣੀ ਫੈਮਿਲੀ ਦੀ ਗੱਲ ਹਜੇ ਦੀ, ਹੈ ਨਾ, ਹਜੇ ਤੁਸੀਂ ਅਨਮੈਰਿਡ ਹੋ। ਅੱਗੇ ਜਾ ਕੇ ਵਿਆਹ ਹੋਣਾ, ਅਤੇ ਫਿਰ ਕੀ ਲੱਗਦਾ ਕਿ ਮੰਨ ਜਾਣਗੇ ਉਹ ਇਹ ਚੀਜ਼ ਨੂੰ ਕਿ ਕੋਈ ਗੱਲ ਨਹੀਂ ਜੇ ਨੂੰਹ ਟੈਟੂ ਬਣਾਉਂਦੀ ਹੈ ਇਸ ਫੀਲਡ 'ਚ? ਸੋਚਣਾ, ਮੇਰੀ ਇਹ ਸੋਚਣੀ ਹੈ, ਮੈਨੂੰ ਬਾਕੀਆਂ ਦਾ ਨਹੀਂ ਪਤਾ ਹੈਗਾ। ਮੇਰੀ ਇਹ ਸੋਚਣੀ ਹੈ ਕਿ ਜਿੰਨਾ ਮੈਂ ਵਿਆਹ ਕਰਾਉਣਾ ਆ, ਮੈਂ ਜਿੱਦਾਂ ਦੀ ਹੈ ਉਹਨੂੰ ਮੈਂ ਉੱਦਾਂ ਦੀ ਪਸੰਦ ਹੈ,
ਜੇ ਨਹੀਂ ਹੈਗੀ ਤਾਂ ਬਾਏ ਬਾਏ ਆ ਹਾਂ, ਕਿਉਂਕਿ ਮੇਰੇ ਲਈ ਮੈਰਿਜ ਇਜ਼ ਨੋਟ ਦੀ ਲਾਸਟ ਥਿੰਗ ਕਿ ਵਿਆਹ ਕਰਾਉਣਾ ਹੈ ਜੀ, ਨੋ। ਮੈਂ ਕਰੀਅਰ ਨੂੰ ਜ਼ਿਆਦਾ ਇੰਪੋਰਟੈਂਸ ਦੇ ਰਹੀ ਹਾਂ। ਜੇ ਮੈਂ ਸਟੈਂਡ ਹੈ ਤਾਂ ਮੇਰੇ ਨਾਲ ਕਿਸੇ ਨੇ ਵੀ ਵਿਆਹ ਕਰਾ ਲੈਣਾ ਹੈ, ਤਾਂ ਇਹ ਮੇਰਾ ਥੋੜ੍ਹਾ ਇਹ ਹੈ ਕਿ ਮੈਂ ਖੁਦ ਆਪਣੇ ਆਪ ਤੋਂ ਕੌਨਫੀਡੈਂਸ ਹੈ ਕਿ ਜੇ ਮੈਂ ਸਹੀ ਹਾਂ, ਮੇਰਾ ਕੰਮ ਵਧੀਆ ਆ, ਮੈਂ ਕੰਮ ਕਰ ਰਹੀ ਹਾਂ, ਤਾਂ ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ। ਮੈਨੂੰ ਉਹੀ ਪਾਰਟਨਰ ਮਿਲੇਗਾ ਜੋ ਮੈਨੂੰ ਇੱਦਾਂ ਐਕਸੈਪਟ ਕਰੇਗਾ, ਨਹੀਂ ਤਾਂ ਫਿਰ ਇਟਸ ਓਕੇ, ਕੋਈ ਕਿਸੇ ਤਰ੍ਹਾਂ ਦਾ ਵੀ ਕੰਪਰੋਮਾਈਜ਼ ਨਹੀਂ ਕਰਨਾ। ਨੋ ਕੰਪਰੋਮਾਈਜ਼, ਕਿ ਲਾਈਫ ਆ ਇੱਕ ਵਾਰੀ ਮਿਲਣੀ ਆ ਜ਼ਿੰਦਗੀ, ਤਾਂ ਆਪਾਂ ਉਸ ਹਿਸਾਬ ਨਾਲ ਜੀਏ, ਹੈ ਨਾ। ਅੱਛਾ ਮੈਮ, ਸੋਚਿਆ ਸੀਗਾ ਕਿ ਇੰਨਾ ਨਾਮ ਹੋ ਜਾਏਗਾ, ਲੋਕ ਇੰਨਾ ਜਾਣਨਗੇ ਤੁਹਾਨੂੰ, ਤੁਹਾਡੇ ਤਾਂ ਜਿਹੜਾ ਇੰਸਟਾਗ੍ਰਾਮ ਅਕਾਊਂਟ ਆ ਉਹ 'ਚ ਵੀ ਬੜੇ ਸਾਰੇ ਫੋਲੋਅਰਸ ਨੇ, ਕਿੰਨੀ ਕੁ ਖੁਸ਼ੀ ਹੈ ਫਿਰ? ਜੀ ਖੁਸ਼ੀ ਤਾਂ ਬਹੁਤ ਹੁੰਦੀ ਆ ਕਿ ਲੋਕ ਪਸੰਦ ਕਰਦੇ ਆ, ਕੋਈ ਗਲਤ ਨਹੀਂ ਕਹਿੰਦਾ ਹੈਗਾ। ਵਧੀਆ ਜੋ ਮੈਨੂੰ ਮੈਸੇਜਿਸ ਵੀ ਆਉਂਦੇ ਆ, ਜਾਂ ਬਹੁਤ ਜ਼ਿਆਦਾ ਗੰਦੇ ਨਹੀਂ ਆਉਂਦੇ, ਕਦੀ ਨਹੀਂ ਆਉਂਦੇ ਹੈਗੇ। ਅਤੇ ਹਾਂ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੇਰੇ ਇੰਨੇ ਫੋਲੋਵਰਸ ਹੋ ਗਏ ਆ। ਕਦੀ ਸੋਚਿਆ ਨਹੀਂ ਸੀ ਕਿ ਮੇਰੇ ਇੱਥੇ ਤੱਕ ਹੋ ਗਏ, ਪਰ ਹਾਂ ਜਦੋਂ ਮੈਂ ਛੋਟੀ ਸੀ ਤਾਂ ਮੈਨੂੰ ਹੁੰਦਾ ਸੀ ਕਿ ਮੈਂ ਮੋਡਲਿੰਗ ਕਰਨੀ, ਇੱਦਾਂ ਹੁੰਦਾ ਹੀ ਆ, ਕੁਛ ਵੀ ਨਵਾਂ ਨਵਾਂ ਪ੍ਰੋਫੈਸ਼ਨ ਕੁਛ ਦੇਖ ਲੈਣਾ ਤਾਂ ਮੇਰਾ ਆਹ ਪ੍ਰੋਫੈਸ਼ਨ ਆ, ਮੇਰਾ ਉਹ ਪ੍ਰੋਫੈਸ਼ਨ ਆ। ਪਰ ਇਹ ਕਦੀ ਨਹੀਂ ਸੋਚਿਆ ਸੀ ਕਿ ਇੱਥੇ ਤੱਕ ਪਹੁੰਚਾਂਗੇ। ਹਾਲੇ ਹੋਰ ਵੀ ਅੱਗੇ ਵੀ ਜਾਣ ਦੀ ਕੋਸ਼ਿਸ਼ ਕਰਦੇ ਪਏ ਹਾਂ। ਕੀ ਪਲਾਨਸ ਨੇ ਫਿਰ ਅੱਗੇ? ਮੈਂ ਚਾਹੁੰਦੀ ਹਾਂ ਕਿ ਮੈਂ ਹਾਲੇ ਤਾਂ ਚਲੋ ਆਈ ਵਾਂਟ ਕਿ ਮੈਂ ਹਾਲੇ ਇੰਟਰਨੈਸ਼ਨਲ ਲੈਵਲ 'ਤੇ ਵੀ ਟੈਟੂਜ਼ ਵਧੀਆ ਕਰਾਂ। ਇੱਕ ਸੁਪਨਾ ਹੁੰਦਾ ਨਾ ਤੁਹਾਡਾ, ਇਹ ਸੁਪਨਾ। ਯੈਸ 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 ਯੈਸ। ਤੇ ਜਿਹੜੇ ਸੈਲੀਬ੍ਰਿਟੀਜ਼ ਨੇ ਉਹ ਆਉਂਦੇ ਨੇ, ਕਿੰਨਾ ਕਿੰਨਾ ਦੇ ਟੈਟੂ ਬਣਾ ਚੁੱਕੇ ਹੋ? ਮੈਂ ਸ਼ਹਿਨਾਜ਼ ਦੇ ਬਣਾਇਆ, ਪਾਰਸ ਛਾਬੜਾ, ਅਫਸਾਨਾ, ਨਿੰਜਾ, ਔਰ ਇੱਕ ਕ੍ਰਿਕਟਰ ਹੈਗੇ ਆ ਮਨਦੀਪ ਸਿੰਘ ਕਰਕੇ, ਹੈ ਨਾ, ਉਹਨਾਂ ਦੇ ਕੀਤਾ। ਹਾਲੇ ਹੋਰ ਵੀ ਆ, ਮੇਰੇ ਹਾਲੇ ਮਾਇੰਡ 'ਚ ਨਹੀਂ ਆ ਰਹੇ, ਕਾਫੀ ਸੈਲੀਬ੍ਰਿਟੀਜ਼ 'ਤੇ ਕੀਤਾ। ਕਿਸੇ ਨਾਲ ਬਹੁਤ ਵਧੀਆ, ਵੈਸੇ ਤਾਂ ਸਭ ਨਾਲ ਹੀ ਅੱਛੀ ਗੱਲਬਾਤ ਹੋਣੀ, ਪਰ ਇੱਕ ਵਧੀਆ ਐਕਸਪੀਰੀਅੰਸ ਰਿਹਾ ਹੋਵੇ ਜਿਨ੍ਹਾਂ ਨਾਲ? ਮੇਰਾ ਨਾ ਪਾਰਸ ਦੇ ਨਾਲ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਹੈ। ਤੁਸੀਂ ਉਹਨਾਂ ਨੂੰ ਬਿਗ ਬੌਸ 'ਚ ਵੀ ਦੇਖਿਆ ਹੋਣਾ। ਹੀ ਇਜ਼ ਵੈਰੀ ਨਾਈਸ। ਇੱਦਾਂ ਨਹੀਂ ਕਿ ਉਹ ਮੈਨੂੰ ਜਾਣਦੇ ਤਾਂ ਮੇਰੇ ਨਾਲ ਨਾਈਸ ਆ, ਨੋ। ਮੈਂ ਉਹਨੂੰ ਦੇਖਿਆ ਕਿ ਉਹ ਬਾਕੀਆਂ ਨਾਲ ਵੀ ਬਹੁਤ ਨਾਈਸ ਆ, ਹੈ ਨਾ। ਹੋਰ ਵੀ ਉਹਨਾਂ ਦੇ ਕੋਲ ਕੋਈ ਉਹਨਾਂ 'ਤੇ ਕੰਮ ਕਰ ਰਿਹਾ ਆ ਜਾਂ ਕੁਛ ਵੀ, ਸਾਰਿਆਂ ਨਾਲ ਬਹੁਤ ਨਾਈਸ ਹੈ। ਹੀ ਇਜ਼ ਵੈਰੀ ਡਾਊਨ ਟੂ ਅਰਥ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ, ਹੀ ਇਜ਼ ਲਾਈਕ ਦੈਟ। ਕੋਈ ਇੱਦਾਂ ਨਹੀਂ ਹੈ ਕਿ ਮੈਂ ਐਮ ਸੈਲੈਬ੍ਰਿਟੀ ਕੁਛ ਇੱਦਾਂ। ਹੀ ਇਜ਼ ਵੈਰੀ ਨਾਈਸ ਪਰਸਨ। ਡਾਊਨ ਟੂ ਅਰਥ ਰਹਿਣਾ ਹੀ ਚਾਹੀਦਾ ਬੰਦੇ ਨੂੰ। ਅਤੇ ਤੁਸੀਂ ਕੀ ਮੰਨਦੇ ਹੋ, ਜਿਵੇਂ ਕੱਲ੍ਹ ਨੂੰ ਜਿੱਦਾਂ ਤੁਹਾਡੇ ਵੱਡੇ ਵੱਡੇ ਸੁਪਨੇ ਨੇ, ਹੈ ਨਾ, ਕੀ ਸੋਚ ਰੱਖੀ ਹੈ? ਕਿਉਂਕਿ ਇੱਕ ਬੰਦਾ ਜਦੋਂ ਇੱਦਾਂ ਦੁੱਖ ਜਿਹੇ 'ਚੋਂ ਨਿਕਲ ਕੇ ਵੱਡਾ ਬਣਦਾ ਨਾ, ਅਤੇ ਉਹਦੇ ਡਿਫਰੈਂਟ ਥਿੰਕਿੰਗ ਹੁੰਦੀ ਹੈ, ਇਹ ਨਹੀਂ ਕਿ ਹਵਾ ਹੀ ਮਾਰਦਾ। ਤੁਹਾਡੀ ਕੀ ਥਿੰਕਿੰਗ ਹੈ, ਮੈਂ ਇਹ ਜਾਣਨਾ ਚਾਹੁੰਦੀ ਹਾਂ। ਹਵਾ ਤਾਂ ਆਪਾਂ ਕਿੱਦਾਂ ਮਾਰਾਂਗੇ? ਹਵਾ ਮਾਰਾਂਗੇ ਤਾਂ ਸਾਨੂੰ ਥੱਲੇ ਵੀ ਲਾ ਦੇਣਾ ਆ, ਤਾਂ ਜਿੱਦਾਂ ਦੇ ਹੈਗੇ ਆਪਾਂ ਉੱਦਾਂ ਦੇ ਹੀ ਰਹੀਏ। ਮੇਰਾ ਜਿੱਦਾਂ ਦਾ ਐਟੀਟਿਊਡ ਆ, ਜਾਂ ਜਿੱਦਾਂ ਦਾ ਮੈਂ ਐਟੀਟਿਊਡ, ਨੋਟ ਇਨ ਅ ਬੈਡ ਵੇ, ਐਟੀਟਿਊਡ ਇਜ਼ ਅ ਵਰਡ, ਹੈ ਨਾ। ਅਤੇ ਜਿੱਦਾਂ ਦਾ ਮੇਰਾ ਹੈਗਾ ਆ, ਮੈਂ ਚਾਹੁੰਦੀ ਹਾਂ ਕਿ ਜਿੱਦਾਂ ਮੈਂ ਪਹਿਲਾਂ ਸੀਗੀ ਮੈਂ ਉੱਦਾਂ ਹੀ ਚੱਲਦੀ ਰਹਾਂ। ਮੇਰੇ ਆਲੇ ਦੁਆਲੇ ਦੇ ਮੇਰੇ ਫਰੈਂਡਸ ਹੀ ਇੱਦਾਂ ਦੇ ਆ, ਮੇਰੀ ਫੈਮਿਲੀ ਇੱਦਾਂ ਦੀ ਆ। ਜੇ ਮੈਂ ਗਲਤ ਚੱਲਦੀ ਤਾਂ ਉਹਨਾਂ ਨੇ ਮੈਨੂੰ ਨਾਲ ਹੀ ਰੋਕ ਦੇਣਾ ਕਿ ਰੁਕ ਜਾ, ਜ਼ਿਆਦਾ ਹੋ ਰਿਹਾ ਤੇਰਾ, ਹੈ ਨਾ। ਫਿਰ ਉਹ ਹੈਗੇ ਨਾਲ ਦੇ ਸਾਨੂੰ ਸਿਖਾ ਦਿੰਦੇ ਆ, ਹੈ ਨਾ, ਤਾਂ ਆਪਾਂ ਉੱਥੇ ਤੱਕ ਹੀ ਰਹੀਦਾ ਆ। ਫਿਰ ਕਦੇ ਸੋਸਾਇਟੀ ਨੂੰ ਜਵਾਬ ਦਿੱਤਾ, ਕੁਝ ਇੱਦਾਂ ਹੋਇਆ ਹੋਵੇ ਕਿ ਰਿਸ਼ਤੇਦਾਰਾਂ ਨੇ ਕੁਝ ਕਿਹਾ ਅਤੇ ਮੰਮੀ ਨਾਲ ਲੜ ਪੈਣਾ, ਮੰਮੀ ਇੱਦਾਂ ਕਿਉਂ ਬੋਲੇ ਆ ਉਹ, ਜਾਂ ਕੁਛ ਇੱਦਾਂ? ਰਿਸ਼ਤੇਦਾਰ ਕਹਿੰਦੇ ਹੋਊਗੇ, ਪਰ ਮੇਰੇ ਮੰਮਾ ਪਾਪਾ ਨੇ ਕਦੀ ਅੱਜ ਤੱਕ ਮੇਰੇ ਤੱਕ ਭੇਜੀ ਨਹੀਂ ਗੱਲ, ਹੈ ਨਾ। ਉਹ ਆਪ ਹੀ ਹੈਂਡਲ ਕਰਦੇ ਆ। ਦੇਖੋ ਇੱਦਾਂ ਦੇ ਹੀ ਪੇਰੈਂਟਸ ਹੋਣੇ ਚਾਹੀਦੇ ਆ, ਕਿ ਹੈ ਨਾ, ਕਿਉਂਕਿ ਹੁਣ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਉਹ ਸਾਡੇ ਪਿੱਛੋਂ ਬੈਕ ਐਂਡ 'ਤੇ ਇਸ ਤਰੀਕੇ ਨਾਲ ਹੈਲਪ ਕਰਦੇ ਆ ਕਿ ਸਾਡੇ ਬੱਚੇ ਨੂੰ ਨਾ ਕੁਛ ਮੈਂਟਲ ਸਟਰੈਸ ਹੋਵੇ, ਉਹ ਅੱਗੇ ਵਧੇ, ਆਪਾਂ ਹੈਗੇ ਹਾਂ ਸਾਂਭਣ ਨੂੰ ਪਿੱਛੇ, ਹੈ ਨਾ। ਤਾਂ ਉਹ ਖੁਦ ਹੀ ਜਵਾਬ ਦੇ ਦਿੰਦੇ, ਮੈਨੂੰ ਦੇਣ ਦੀ ਲੋੜ ਹੀ ਨਹੀਂ ਹੈਗੀ। ਬਹੁਤ ਵੱਡੀ ਗੱਲ ਕਹਿ ਰਹੇ ਹੋ, ਇੱਦਾਂ ਹੀ ਹੋਣਾ ਚਾਹੀਦਾ, ਹੈ ਨਾ। ਅੱਛਾ, ਕੁਝ ਐਸਾ ਸਟਰਗਲਿੰਗ ਰਿਹਾ ਹੋਵੇ ਕਿ ਅੱਜ ਵੀ ਉਸ ਟਾਈਮ ਨੂੰ ਯਾਦ ਕਰਦੇ ਹੋਵੋ? ਉਹ ਤਾਂ ਦੇਖੋ ਪਰਸਨਲ ਚੀਜ਼ ਆ, ਪਰ ਇਨ ਪ੍ਰੋਫੈਸ਼ਨ ਵਿੱਚ ਹਾਂ ਇੱਦਾਂ ਤਾਂ ਹੁੰਦਾ ਆ ਕਿ ਸਮਟਾਈਮਸ ਹੁੰਦਾ ਕਿ ਉਹਨਾਂ ਨੂੰ, ਲੋਕਾਂ ਨੂੰ ਲੱਗਦਾ ਕਿ ਕੁੜੀ ਹੈ, ਪਤਾ ਨਹੀਂ ਕਰੇਗੀ ਕਿ ਨਹੀਂ ਕਰੇਗੀ, ਆਉਂਦਾ ਹੋਏਗਾ ਕਿ ਨਹੀਂ ਕਰਨਾ ਆਉਂਦਾ ਹੋਏਗਾ, ਕਿ ਮੁੰਡਿਆਂ ਨੂੰ ਜ਼ਿਆਦਾ ਆਉਂਦਾ। ਉਹ ਸੋਚ ਹੈਗੀ ਆ। ਹਾਂ, ਉਹਦੇ ਲਈ ਓਬਵੀਅਸਲੀ ਮੁੰਡੇ ਜੇ ਅਗਰ 100% ਦੇ ਰਿਹਾ, ਸਾਨੂੰ 200% ਦੇਣਾ ਪੈਂਦਾ ਕੁੜੀਆਂ ਨੂੰ। ਕੋਈ ਵੀ ਫੀਲਡ ਹੋਵੇ, ਤੁਸੀਂ ਵੀ ਕੰਮ ਕਰਦੇ ਆ, ਹੈ ਨਾ, ਤੁਹਾਨੂੰ ਵੀ ਇਹ ਚੀਜ਼ਾਂ ਦੀ ਆਉਂਦੀ ਹੋਣੀ ਆ ਕਿ ਅਗਰ ਮੁੰਡੇ 100% ਦੇ ਰਹੇ ਆਪਣੇ ਕੰਮ 'ਚ, ਤੁਹਾਨੂੰ 200 ਦੇਣਾ ਪੈਂਦਾ, ਤਾਂ ਕਿ ਜਿਹੜੇ ਤੁਹਾਡੇ ਨਾਲ ਦੇ ਵੀ, ਉਹ ਵੀ ਇਹ ਨਾ ਕਹਿਣ ਕਿ ਚੱਲ ਕੁੜੀਆਂ ਨੂੰ ਰਹਿਣ ਦਿੰਦੇ ਆ, ਮੈਂ ਹੀ ਜਾ ਆਉਂਦਾ ਆ, ਸੌਫਟ ਨਾ ਲੈਣ। ਕੁੜੀਆਂ ਕਰ ਸਕਦੀਆਂ ਆ, ਇੱਦਾਂ ਨਹੀਂ ਹੈਗਾ, ਤੁਸੀਂ ਕਰਨ ਦਿਓ ਪਹਿਲਾਂ। ਤੁਸੀਂ ਸੋਸਾਇਟੀ ਸਾਥ ਦੇਗੀ ਤਾਂ ਸਭ ਕੁਛ ਹੀ ਕਰ ਸਕਦੇ ਆ। ਉਹ ਅਸੀਂ ਹਊਆ ਬਣਾ ਦਿੰਦੇ ਆ ਛੋਟੀ ਜਿਹੀ ਗੱਲ ਦਾ, ਅੱਛਾ, ਜਾਂਦੇ ਜਾਂਦੇ ਕੋਈ ਚੀਜ਼ ਰਹਿ ਗਈ ਹੋਵੇ ਮਨ 'ਚ ਸਵਾਲ, ਜਾਂ ਜਨਤਾ ਨੂੰ ਕੁਛ ਮੈਸੇਜ ਦੇਣਾ ਹੋਵੇ? ਔਰ ਇਸ ਤੋਂ ਬਾਅਦ ਇੱਕ ਮੇਰਾ ਪਹਿਲਾ ਇਹ ਸਵਾਲ ਹੈ ਕਿ ਟੈਟੂ ਦੇ ਰਿਲੇਟਿਡ ਕੁਛ ਜਾਣਕਾਰੀ ਦੇਣਾ ਚਾਹੁੰਦੇ ਹੋ? ਹਾਂ, ਮੈਂ ਇਹ ਜ਼ਰੂਰ ਦੇਣਾ ਚਾਹੂੰਗੀ ਕਿ ਤੁਸੀਂ ਜਦੋਂ ਵੀ ਟੈਟੂ ਕਰਵਾਉਣ ਜਾਂਦੇ ਆ, ਠੀਕ ਹੈ, ਸਭ ਤੋਂ ਪਹਿਲਾਂ ਤੁਸੀਂ ਆਰਟਿਸਟ ਦਾ ਕੰਮ ਵੀ ਦੇਖੋ, ਠੀਕ ਹੈ, ਉਹਨੇ ਕੀ ਕੰਮ ਕੀਤਾ ਆ, ਅਤੇ ਉਹਦਾ ਹਾਈਜੀਨ ਦੇਖੋ
ਕਿ ਤੁਹਾਨੂੰ ਵਧੀਆ ਇੱਕ ਤਾਂ ਤੁਹਾਨੂੰ ਵਧੀਆ ਟਰੀਟ ਕਰ ਰਿਹਾ ਕਿ ਨਹੀਂ ਕਰ ਰਿਹਾ, ਤੁਹਾਨੂੰ ਪ੍ਰੋਪਰਲੀ ਜੋ ਨੀਡਲਸ ਹੈਗੀਆਂ ਫਰੈਸ਼ ਯੂਜ਼ ਕਰ ਰਿਹਾ ਕਿ ਨਹੀਂ ਕਰ ਰਿਹਾ। ਹਾਈਜੀਨ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਅਸੀਂ ਸਕਿਨ ਦਾ ਕੰਮ ਕਰ ਰਹੇ ਹਾਂ, ਹੈ ਨਾ। ਅਤੇ ਤੁਹਾਡੀ ਖੁਦ ਦੀ ਵਿਜ਼ਨ ਵੀ ਹੋਣੀ ਚਾਹੀਦੀ ਹੈ ਕਿ ਤੁਹਾਡੀ ਮਤਲਬ ਕਿਆ ਆਰਟਿਸਟ ਨੂੰ ਉਨੀ ਨੌਲੇਜ ਹੈਗੀ ਜੋ ਤੁਹਾਨੂੰ ਚਾਹੀਦਾ ਆ। ਐਂਡ ਤੁਹਾਡੀ ਵੀ ਵਿਜ਼ਨ ਹੋਣੀ ਚਾਹੀਦੀ ਕਿ ਆਰਟਿਸਟ ਦਾ ਉੱਦਾਂ ਕੰਮ ਹੈ, ਕਿਉਂਕਿ ਇਟਸ ਅ ਪਰਮਾਨੈਂਟ ਥਿੰਗ, ਹੈ ਨਾ, ਪਰਮਾਨੈਂਟ ਕੰਮ ਹੈ। ਤਾਂ ਤੁਹਾਨੂੰ ਵੀ ਸੋਚ ਸਮਝ ਕੇ ਹੀ ਕਰਵਾਉਣਾ ਚਾਹੀਦਾ ਆ। ਇਹ ਨਹੀਂ ਮੈਂ ਕਹਿੰਦੀ ਕਿ ਤੁਸੀਂ ਸੋਚ ਲਿਆ ਤਾਂ ਆ ਜਾਓ, ਡਿਸਕਸ ਕਰੋ, ਉਹਦੇ ਬਾਰੇ ਸੋਚੋ, ਕਿਉਂਕਿ ਇਹ ਇੱਕ ਵਾਰੀ ਬਣ ਗਿਆ ਤਾਂ ਮਿਟਣਾ ਬਹੁਤ ਔਖਾ ਆ। ਠੀਕ ਹੈ, ਡਾਈਵੋਰਸ ਹੋ ਜਾਏਗਾ ਪਰ ਇਹ ਤੋਂ ਡਾਈਵੋਰਸ ਬਿਲਕੁਲ ਨਹੀਂ ਹੋਏਗਾ। ਹਾਂ, ਉਹ ਚੀਜ਼ ਰਹਿ ਜਾਂਦੀ ਹੈ। ਅਤੇ ਮੈਮ ਜਾਂਦੇ ਜਾਂਦੇ ਕੋਈ ਮੈਸੇਜ ਜਨਤਾ ਨੂੰ ਫੀਲ ਕੀਤਾ ਹੋਵੇ, ਜੇ ਕਮੈਂਟਾਂ ਬਾਰੇ ਕੁਝ ਕਹਿਣਾ ਜਾਂ ਕੁਝ ਵੀ। ਹਾਂ, ਕੁਛ ਨਹੀਂ, ਬਸ ਮੈਂ ਤਾਂ ਇਹੀ ਕਹੂੰਗੀ ਕਿ ਤੁਸੀਂ ਸਾਰੇ ਜਣੇ ਮਿਹਨਤ ਕਰੋ। ਠੀਕ ਹੈ, ਜੇ ਕੋਈ ਮਿਹਨਤ ਕਰ ਰਿਹਾ ਤੁਸੀਂ ਉਹਨਾਂ ਨੂੰ ਡਾਊਨ ਨਾ ਕਰੋ, ਸਗੋਂ ਉਹਨਾਂ ਨੂੰ ਹੋਰ ਉੱਪਰ ਲੈ ਕੇ ਜਾਓ ਤਾਂ ਕਿ ਅਗਲਾ ਬੰਦਾ ਹੋਰ ਮਿਹਨਤ ਕਰੇ। ਤੁਸੀਂ ਦੇਖਦੇ ਆ, ਤੁਸੀਂ ਇਹ ਨਹੀਂ ਕਹਿੰਦੀ ਮੈਨੂੰ, ਹੋਰ ਕਾਫੀ ਲੋਕਾਂ ਨੂੰ ਤੁਸੀਂ ਕੋਮੈਂਟ ਕਰਦੇ ਕਿ ਤੁਸੀਂ ਆਹ ਕੀ ਕਰਤਾ, ਉਹ ਕੀ ਕਰਤਾ, ਇਹਨੇ ਆਹ ਕਿੱਦਾਂ ਦਾ ਕਰਤਾ। ਤੁਸੀਂ ਇਹ ਦੇਖੋ ਬੰਦੇ ਨੇ ਮਿਹਨਤ ਕਿੰਨੀ ਕੀਤੀ ਆ, ਕਿੱਥੋਂ ਦੀ ਕਿੱਥੇ ਆਇਆ ਆ, ਨੀਚੇ ਦੀ ਉੱਪਰ ਤੱਕ ਉੱਠਦੇ ਆ। ਤੁਸੀਂ ਵੀ ਕਰ ਸਕਦੇ ਆ, ਤੁਸੀਂ ਵੀ ਮਿਹਨਤ ਕਰੋ, ਉਹਨਾਂ ਨੂੰ ਡਾਊਨ ਨਾ ਕਰੋ, ਸਗੋਂ ਤੁਸੀਂ ਮਿਹਨਤ ਕਰੋ, ਯੂ ਨੋ। ਕਹਿੰਦੇ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ 'ਚ ਕੋਈ ਗੱਲਬਾਤ ਹੁੰਦੀ ਹੈ। ਹਾਂਜੀ ਹਾਂਜੀ। ਮੈਮ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ Thank you ਮਿਲ so ਕੇ, much, ਅਤੇ ਮੈਨੂੰ ਵੀ ਜ਼ਰੂਰ ਤੁਹਾਨੂੰ ਆਲ ਦਾ ਬੈਸਟ ਅੱਗੇ ਲਈ। ਥੈਂਕ ਯੂ। ਉਮੀਦ ਕਰਦੀ ਹਾਂ ਵੀਡੀਓ ਚੰਗੀ ਲੱਗੀ ਹੋਏਗੀ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਕੈਮਸ ਜੀ ਤਾਂ ਸਾਹਮਣੇ ਆਉਂਦੇ ਰਹਿੰਦੇ ਨੇ, ਅਤੇ ਅੱਜ ਮੈਮ ਨਾਲ ਤੁਹਾਡੀ ਮੁਲਾਕਾਤ ਕਰਾਈ ਹੈ, ਅਤੇ ਮੈਮ ਵੀ ਬਹੁਤ ਜ਼ਿਆਦਾ ਡਾਊਨ ਟੂ ਅਰਥ ਲੱਗੇ ਨੇ, ਚੰਗੀ ਰੂਹ ਹੈ ਇੱਕ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੇ ਇਹਨਾਂ ਦੇ ਫੈਨ ਨੇ। ਅਤੇ ਮੈਮ ਫੈਨ ਫੋਲੋਇੰਗ ਹੋਰ ਵਧਾਉਣੀ ਹੈ ਤਾਂ ਆਈਡੀ ਵੀ ਬੋਲ ਸਕਦੇ ਹੋ। ਹਾਂਜੀ ਹਾਂਜੀ, ਇੰਸਟਾਗ੍ਰਾਮ 'ਤੇ ਮੇਰਾ ਦਿਵਿਨਿਆ ਇੰਕ ਜ਼ੋਨ ਹੈ, DIVINYA, ਇਹ ਮੇਰਾ ਨਾਮ ਹੈ। ਠੀਕ ਹੈ, ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਇਫ ਯੂ ਲਾਈਕ ਮਾਈ ਵਰਕ। ਕੋਈ ਕੰਪਲਸਰੀ ਨਹੀਂ ਹੈ, ਤੁਹਾਨੂੰ ਹੈ ਵਧੀਆ ਲੱਗਦਾ ਤੁਸੀਂ ਮੈਨੂੰ ਫੋਲੋ ਕਰੋ ਅਤੇ ਮੇਰੇ ਕੋਲ ਆ ਕੇ ਟੈਟੂ ਕਰਵਾਓ। ਇਸੇ ਦੇ ਨਾਲ ਬਣੇ ਰਹੋ ਬੋਲੀ ਹੋਲੀ ਬਾਬਾ ਦੇ ਨਾਲ। ਧੰਨਵਾਦ।